तेर को प्रभु नानक दे कर रथ। मैं तो कर लौटा आया द्वारे कर लौटा परम सत्कारयोग गुरु रूप गुरु खालसा दो जन्म दे वाली कलयुग दे अवतार जागदी जोत सर्व कला समर्थ कलयुग के गुर शब्द सब श्री गुरु ग्रंथ साहब महाराज की पवित्र हजूरी के विराजमान आप सारे माई भाई बरसों रोज तो ये रूहानियत जवान सज रहे हम। आप सारे माई भाई जिन्हें जबानों में हाजिरी भरते हो, जिन्हें गुरु ग्रंथ साहब महाराज की पवित्र हजूरी में आके दर्शन करते हो, गुरां के बहुत बड़े थोड़े पूर्वले कर्म चंगे ने।
ਚੰਗੇ ਕਰਮ ਦੀ ਨਿਸ਼ਾਨੀ ਹੁੰਦੀ ਹੈ ਜਿਹਨੂੰ ਇਹ ਸਤ ਸੰਗਤ ਮਿਲ ਜਾਵੇ। ਸਤ ਸੰਗਤ ਕਿਹਨੂੰ ਕਹਿੰਦੇ ਨੇ? ਸਤ ਤੇ ਸੱਚ, ਸੱਚਖੰਡ ਵਸੇ ਨਿਰੰਕਾਰ। ਜਿੱਥੇ ਸਤ ਔਰ ਸੱਚ ਦਾ ਵਿਚਾਰ ਹੁੰਦਾ ਹੈ ਉਹਨੂੰ ਸਤ ਸੰਗਤ ਕਹਿੰਦੇ ਨੇ। ਜਿੱਥੇ ਕੋਈ ਵੀ ਦੁਨਿਆਵੀ ਵਚਨ ਨਾ ਹੋਵੇ, ਕੋਈ ਸਿਆਸੀ ਵਚਨ ਨਾ ਹੋਵੇ, ਇੱਕ ਰੂਹਾਨੀਅਤ ਨਿਰੋਲ ਵਿਚਾਰ ਹੋਵੇ, ਉਹ ਸਤ ਸੰਗਤ ਹੁੰਦੀ ਹੈ। ਹੁਣ ਸਤ ਸੰਗਤ ਗੁਰੂ ਮਹਾਰਾਜ ਕਹਿੰਦੇ ਕਿਵੇਂ ਮਿਲਦੀ ਹੈ, ਕਿਵੇਂ ਪ੍ਰਾਪਤ ਹੁੰਦੀ ਹੈ? ਸਾਰੇ ਭਾਈ ਇਸ ਤਰ੍ਹਾਂ ਪੜ੍ਹੋ, ਸਾਰੀ ਮਾਈ ਭਾਈ। ਸਤ ਸੰਗਤ ਮੇਲਾ ਲੋਕੜੀਆਂ, ਸਤ ਸੰਗਤ ਮੇਲਾ ਲੋਕੜੀਆਂ। ਸਤ ਸੰਗਤ ਦੋ ਘੜੀ ਤਾਂ ਬਹੁਤ ਵੱਡੀ ਗੱਲ ਹੈ। ਜੇ ਦੋ ਘੜੀ ਵੀ ਸੰਗਤ ਦੇ ਵਿੱਚ ਬੈਠ ਕੇ ਮਨ ਇਕਾਗਰ ਹੋ ਜਾਵੇ, ਐ ਨਹੀਂ ਵੀ ਆਪਾਂ ਬੈਠੇ ਹਾਂ ਆਪਣੇ ਫੁਰਨੇ ਕਿਤੇ ਨੇ, ਆਪਾਂ ਕਿਤੇ ਬੈਠੇ ਹਾਂ, ਸਾਡਾ ਮਨ ਕਿਤੇ ਬੈਠਾ ਨਹੀਂ, ਇਹ ਨਹੀਂ। ਮਨ ਸ਼ਬਦ ਇੱਕ ਸੁੱਤ ਹੋ ਜਾਣ। ਮੈਂ ਤੁਹਾਨੂੰ ਰਾਤ ਵੀ ਦੱਸਿਆ ਸੀ ਮਨ ਨੂੰ ਇਕਾਗਰ ਕਰਨ ਦੀ ਵਿਧੀ। ਚੌਕੜਾ ਮਾਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋ, ਧਾਰਨਾ ਵਿੱਚ ਬੋਲਣ ਕਰੋ, ਆਪਣੇ ਕੰਨਾਂ ਦੇ ਨਾਲ ਗੁਰਬਾਣੀ ਸਰਵਣ ਕਰੋ। ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ, ਤੁਹਾਡਾ ਮਨ ਜਿਹਦੇ ਕੰਟਰੋਲ 'ਚ ਆ ਜਾਊਗਾ। ਜਦੋਂ ਮਨ ਕੰਟਰੋਲ 'ਚ ਆ ਗਿਆ, ਸ਼ਬਦ ਸੁਰਤ ਇੱਕ ਹੋ ਗਏ, ਤੁਹਾਡਾ ਮਨ ਬਾਹਰਲੇ ਪਾਸੋਂ ਆ ਗਏ, ਤੁਹਾਡਾ ਸਰੀਰ ਬਾਹਰ ਆ ਗਏ, ਤੁਹਾਡਾ ਅੰਦਰਲਾ ਸਰੀਰ ਗੁਰੂ ਸ਼ਬਦ ਦੇ ਵਿੱਚ ਬੈਠਾ ਹੈ। ਫਿਰ ਗੁਰੂ ਮਹਾਰਾਜ ਪਤਾ ਕਿੰਨਾ ਫਲ ਦੱਸਦੇ ਨੇ। ਇੱਕ ਛਿੰਨ, ਦੋ ਘੜੀਆਂ ਸੰਗਤ ਤਾਂ ਬਹੁਤ ਆ।
ਜੇ ਇੱਕ ਛਿੰਡ ਵੀ ਸੰਗ ਕੀਤੀ ਜਾਵੇ 1 ਕਰੋੜ ਅਸਵੇ ਜਗ ਦਾ ਫਲ ਮਿਲੂਗਾ। ਦੇਖ ਲਓ ਕਿੰਨਾ ਬੜਾ ਫਲ, 1 ਕਰੋੜ ਅਸਵੇ ਜਗ ਦਾ ਫਲ। ਇੱਕ ਛਿੰਡ ਕਹਿੰਦੇ ਨੇ ਸਕਿੰਟ ਨੂੰ, ਸਕਿੰਟ ਕਹਿੰਦੇ ਨੇ ਅੱਖ ਦੇ ਝਮਕਣ ਨੂੰ। ਅੱਧੀ ਘੜੀ ਦੇ ਸਿਮਰ ਨੇ ਰਾਜਾ ਜਨਕ ਨੇ ਨਰਕਾਂ ਦੇ ਨਰਕ ਖਾਲੀ ਕਰਾਤੇ ਜੀ। ਅੱਧੀ ਘੜੀ ਦੇ ਸਿਮਰ ਦੇ ਸਾਰੇ। ਸੋ ਮਨ ਦੀ ਇਕਾਗਰਤਾ ਕਰਕੇ ਬੈਠੋ, ਧਿਆਨ ਦੇ ਵਿੱਚ ਲਾਓ, ਸ਼ਬਦ ਸੁਰ ਦਾ ਅਭਿਆਸ ਕਰੋ ਅਤੇ ਸਾਧ ਸੰਗਤ ਇਹਦਾ ਬਹੁਤ ਵੱਡਾ ਫਲ ਹੈ ਸਤ ਸੰਗਤ ਦਾ। ਹੁਣ ਆਪਾਂ ਕੱਲ੍ਹ ਤੋਂ ਵਿਚਾਰ ਸ਼ੁਰੂ ਕਰਨੇ ਆ। ਕੱਲ੍ਹ ਆਪਾਂ ਨੇ ਛੱਡੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਨ ਕਰਨ ਦੀ ਰਾਏ ਭਉ ਦੀ ਤਲਵੰਡੀ, ਕਲਯੁਗ ਦੇ ਅਵਤਾਰ ਨੇ। ਆਪਾਂ ਆ ਗਏ ਸੀ ਜਦੋਂ ਸਹਿਜ ਅਵਸਥਾ ਹੁੰਦੀ ਹੈ ਨਾਮ ਦੇ ਜਪਣ ਵਾਲੇ ਦੀ, ਨਾ ਬੋਲਦੇ ਨੇ, ਨਾ ਕੁਝ ਖਾਂਦੇ ਨੇ, ਨਾ ਕੁਝ ਪੀਂਦੇ ਨੇ, ਨੇਤਰ ਬੰਦ ਰਹਿੰਦੇ ਨੇ। ਇਹ ਅਵਸਥਾ ਹੁੰਦੀ ਹੈ ਚੌਥੇ ਪਦ ਦੀ। ਉਹ ਤਾਂ ਅਵਤਾਰ ਸੀ। ਉਹ ਫਿਰ ਵੈਦ ਦੇ ਕੋਲ ਦਿਖਾਏ ਸੀ, ਵੈਦ ਦੇ ਕੋਲ ਆਏ ਸੀ। ਆਪਾਂ ਰਾਤ ਛੱਡੇ ਸੀ, ਵੈਦਾ ਮੇਰੀ ਬਾਤ ਛੱਡਦੇ ਤੈਨੂੰ ਰੋਗ ਦੀ ਸਮਝ ਨਾ ਆਵੇ। ਇੱਥੇ ਹੁਣ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਦੋਂ ਰਾਏ ਭਉ ਦੀ ਤਲਵੰਡੀ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਭਾਗ ਲਾਏ ਤਾਂ ਫਿਰ ਸਾਧ ਸੰਗਤ ਜੀ ਉਹ ਨਾ ਕੁਛ ਖਾਂਦੇ ਨੇ, ਨਾ ਕੁਛ ਪੀਂਦੇ ਨੇ, ਨਾ ਕਿਸੇ ਨਾਲ ਬਚਨ ਕਰਦੇ ਨੇ, ਨਾ ਕਿਸੇ ਨਾਲ ਬਰਾਸ ਕਰਦੇ ਨੇ। ਮਾਤਾ ਤ੍ਰਿਪਤਾ ਜੀ ਕਹਿੰਦੇ ਮਹਿਤਾ ਕਾਲੂ ਨੂੰ, ਕਹਿੰਦੇ ਪੁੱਤਰ ਦੀ ਦਾਤ ਵੀ ਮਿਲੀ, ਪੁੱਤਰ ਵੀ ਮਹਾਰਾਜ ਨੇ ਭੇਜਿਆ, ਪਰ ਐਸਾ ਭੇਜਿਆ ਕਿਸੇ ਦੀ ਸਮਝ ਨਹੀਂ ਆਉਂਦੀ। ਨਾ ਕੋ ਖਾਂਦਾ, ਨਾ ਕੋ ਪੀਂਦਾ, ਨਾ ਇਹ ਕਿਸੇ ਨਾਲ ਹੱਥ ਕਰਦਾ, ਬਚਨ ਕਰਦਾ। ਕੀ ਕੀਤਾ ਜਾਵੇ? ਫਿਰ ਆਪਾਂ ਕਹਿੰਦੇ ਹਾਂ ਘਰ ਦੇ ਵਿੱਚ ਜੇ ਕੋਈ ਬੱਚਾ ਨਲਾਇਕ ਨਿਕਲਿਆ ਹੋਵੇ, ਘਰ ਦੇ ਵਿੱਚ ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਵੀ ਆਪਾਂ ਐਂ ਕਰੋ, ਇਹਦਾ ਵਿਆਹ ਕਰ ਦਿਓ, ਆਪੇ ਕੰਟਰੋਲ ਆ ਜਾਊਗਾ। ਸਹਿਜ ਸੁਭਾਅ ਅਵਸਥਾ ਹੈ। ਮੈਂ ਤਾਂ ਕਾਲੂ ਕਹਿੰਦਾ ਫਿਰ ਆਪਾਂ ਇਹਦਾ ਵਿਆਹ ਕਰ ਦਿੰਦੇ ਹਾਂ, ਆਪੇ ਬਸ ਆ ਜੂ, ਠੀਕ ਕਟੌਰ ਆ ਜੂਗੀ, ਜਾਂ ਵਜਨ ਪਊਗਾ ਕਬੀਲਦਾਰੀ ਦਾ। ਵਿਆਹ ਦੀ ਰਚਨਾ ਰਚਤੀ ਕਿੱਥੇ? ਸ਼ਹਿਰ ਬਟਾਲੇ ਦੇ ਵਿੱਚ ਮਾਤਾ ਸਰਕਣੀ ਜੀ ਨਾਲ ਵਿਵਾਹ ਹੋ ਗਿਆ। ਮਾਤਾ ਜੀ ਘਰ ਆ ਗਏ। ਹੁਣ ਜਦੋਂ ਘਰੋਂ ਆ ਗਏ, ਗੁਰੂ ਨਾਨਕ ਪਾਤਸ਼ਾਹ ਦੀ ਬਿਰਤੀ ਤਾਂ ਜਾਂ ਥੋੜ੍ਹੀ ਲੱਗਦੀ ਆ, ਅਤੇ ਮਾਤਾ ਸਰਕਣੀ ਜੀ ਹਰ ਵਕਤ ਹੀ ਰਹਿੰਦੇ ਨੇ ਅਵਸਥਾ ਵਿੱਚ। ਉਹਨਾਂ ਦੀ ਅਵਸਥਾ ਵੀ ਉਹੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਗੇ ਤਾਂ ਆਪਾਂ ਵਿਹਲੇ ਇੱਕ ਨੂੰ ਖਵਾਉਣਾ ਸੀ, ਹੁਣ ਆਪਾਂ 2 ਨੂੰ ਖਵਾਉਣਾ ਪੈ ਗਿਆ। ਕੀ ਕੀਤਾ ਜਾਵੇ? ਫਿਰ ਆਪਾਂ ਵਿਚਾਰ ਕਰਦੇ ਹਾਂ ਪਰਿਵਾਰ ਦੇ ਵਿੱਚ ਕਿਸੇ ਬੱਚੇ ਨੂੰ ਵੀ ਤਾਂ ਆਪਾਂ ਥੋੜ੍ਹਾ ਬਹੁਤਾ ਕਾਰੋਬਾਰ ਲਾ ਦਈਏ, ਜਾਂ ਖੇਤੀ ਟਰੈਕਟਰ ਦੀ ਬਿਠਾ ਦਈਏ, ਜਾਂ ਕਿਤੇ ਨੌਕਰੀ 'ਤੇ ਲਾ ਦਈਏ, ਜਾਂ ਕਿਤੇ ਵੀ ਮਜ਼ਦੂਰੀ 'ਤੇ ਲਾ ਦਈਏ। ਕੋਈ ਵਿਹਲਾ ਤਾਂ ਕੋਈ ਖਵਾ ਨਹੀਂ ਸਕਦਾ ਨਾ। ਨਾਨਕ ਦੇਵ ਜੀ ਮਹਾਰਾਜ ਨੂੰ ਵੀ ਮਹਿਤਾ ਕਾਲੂ ਨੇ ਵਿਹਲਾ ਹੀ ਸਮਝਿਆ, ਜਿਹੜਾ ਦੁਨੀਆ ਨੂੰ ਤਾਰਨ ਵਾਲਾ ਸੀ, ਜਿਹੜਾ ਦੁਨੀਆ ਦੇ ਵਿੱਚ ਅਵਤਾਰ ਬਣ ਕੇ ਆਇਆ ਸੀ, ਜਿਹੜਾ ਦੁਨੀਆ ਨੂੰ ਦੇਣ ਵਾਲਾ ਸੀ, ਉਹਨੂੰ ਵੀ ਮਹਿਤਾ ਕਾਲੂ ਨੇ ਉਹਨੂੰ ਵਿਹਲਾ ਸਮਝਿਆ। ਕਿਉਂਕਿ ਸਾਧ ਸੰਗਤ ਜੀ ਅੱਜ ਵੀ ਜਿਹੜੇ ਨਾਮ ਦੇ ਅਭਿਆਸੀ ਪੁਰਸ਼ ਨੇ, ਮੈਂ ਰਾਤ ਦੱਸਿਆ ਜੀ ਤੁਹਾਨੂੰ, ਭਜਨ ਦੇ ਬਾਰੇ ਦੱਸਿਆ ਸਾਰੀ ਗੱਲ, ਜਿਨ੍ਹਾਂ ਦੀ ਸੁਰਤ ਅੰਦਰ ਜਾਂਦੀ ਹੈ, ਬਾਹਰ ਨਹੀਂ ਜਾਣੀ। ਸੁਰਤ ਭਜਨ ਕਰਨ ਲੱਗੇ ਚੌਕੜਾ ਮਾਰੋ,
नक की कुंबड़ से ध्यान रखो, ये सुरत नूं अंदर ले जाओ। जदों अंदर जान लगी सुरत, अंदर शब्द बाहर शब्द नहीं है, शब्द गुरु सुरत धुन चेला। गुरु शब्द नूं कहा, वो शब्द गुरु ग्रंथ साहिब दे विच है, जिहनूं गुरु कहा। होर किसी ग्रंथ दे विच नहीं हो जिहड़ा शब्द गुरु आ, होर किसी कोल नहीं हो गुरु नानक तो इलावा जिहड़ा शब्द गुरु है। वो शब्द भी किहड़ा सी, जिहड़े शब्द के बारे गुरु ग्रंथ साहिब जी महाराज 1430 अंग पकार पकार के कहता, जिहड़े शब्द की खातर गुरु नानक देव जी महाराज ने सारी जिंदगी अपनी दात लाती कलयुग दे विच। जिहड़े शब्द के वास्ते राणे वाले संतां ने देशां प्रदेशां में जाके ये शब्द नाल ही जोड़िया, उन्होंने होर नहीं किसी ने जोड़िया। वो किहड़ा शब्द आ, इस तरह पढ़ो सारे मोए पाए। जपो सतनाम 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 जी, वाहिगुरु 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 जी। शब्द केड़ा गुर शब्द है वाहिगुरु जाप, जिन्हों सचखंड दे विचों लियाउण दी खातर कलयुग दा उदाहरण करन दी खातर 36 युग लाते गुरु नानक पातशाह ने। 36 युग थोड़े नहीं होंदे हन, आप सवा महीना नहीं भजन कर सकते। 36 युग लाते। हुण जदों सतनाम वाहिगुरु सतनाम वाहिगुरु का सिमरन जिहड़ा है ना, इसका अभ्यास करना, अभ्यासी बनना। अभ्यासी मैं तुहानूं कल सारे ही दसता भी 4 बाणियां विच अभ्यासी हुंदा। 4 बाणी तो बाद फिर ये शब्द कित्थे चलदा, जदों शब्द सुर दा मिलाप होण लग गया तो फिर ये अनहद शुरू होंदा। अनहद अनहद बाणी पूंजी संतन हथ पूंजी। ये फिर जदों आपां शब्द ते सुरत का ध्यान अंतरमुख लाउने आ ना, एक बारी सुरत नूं थल्ले लैके आउणा, शरीर के थल्ले लैके आउणा। ये विधि ने देखो चौकड़ा मार के सुरत शब्द नूं लियाओ अंदर, नहीं जाती, बड़ी औखी है, बाहर फिरी जाती है भज्जी, 3 गुणां विच भज्जी फिरी जाती है। रजो तमो सतो सब तेरी माया, माया कूड़ा माया ब्रह्म, अंदर बढ़ना।
ਜਦੋਂ ਅੰਤਰਮੁਖ ਤੁਹਾਡੇ ਗੁਰੂ ਸ਼ਬਦ ਵਾਹਿਗੁਰੂ ਹੀ ਅੰਦਰ ਵਗ ਗਿਆ, ਅੰਦਰ ਦਾ ਪ੍ਰਕਾਸ਼ ਹੋਊਗਾ। ਪਰ ਹਾਲੇ ਦਾ ਹਨੇਰਾ ਅੰਦਰ, ਜਦੋਂ ਪ੍ਰਕਾਸ਼ ਹੋ ਗਿਆ ਨਾ, ਫਿਰ ਸਾਡੇ ਸ਼ੇਸ਼ ਬੁੱਧੀਆਂ ਬਣ ਗਿਆ। ਹਾਲ ਤਾਂ ਹਨੇਰਾ ਪਿਆ, ਠੋਕਰਾਂ ਖਾਂਦੇ ਆ, ਨਿੰਦਿਆ, ਚੁਗਲੀ, ਬੈਰ, ਵਿਰੋਧ, ਈਰਖਾ, ਮੈਂ ਉਹਨਾਂ ਕਮਾਲਾ, ਮੈਂ ਉਹਨਾਂ ਕਮਾਲਾ, ਕਦੇ ਅੰਦਰ ਨਹੀਂ ਗਿਆ। ਜਦੋਂ ਸੁਰਤਰ ਸ਼ਬਦ ਦਾ ਮਿਲਾਪ ਹੋ ਗਏ, ਅੰਦਰ ਵਾਗੀ ਇਹ, ਉਧਰੋਂ ਧਿਆਨ ਫਿਰ ਸ਼ਬਦ ਹੀ ਰੱਖਣਾ, ਅਨਹਦ ਦੇ ਵਿੱਚ ਰੱਖਣਾ, ਅਨਹਦ ਵੱਜੂਗਾ, ਅਨਹਦ ਦੀ ਬਾਣੀ ਹੋਊਗੀ। ਜਦੋਂ ਅਨਹਦ ਦੇ ਵਿੱਚ ਇਹ ਥੋੜੀ ਸੁਰਤ ਲੱਗ ਗਈ, ਸ਼ਬਦ ਸੁਰ ਦਾ ਮਿਲਾਪ ਹੋ ਗਿਆ, ਅਨਹਦ ਦੀ ਧੁਨ ਸੁਣਨ ਲੱਗ ਗਈ, ਇਹ ਫੇਰ ਗੁਰ ਕੋ 5 ਸ਼ਬਦ ਬਣ ਗਏ। 5 ਸ਼ਬਦ ਕਿਤੇ ਲਿਖੇ ਹੋਏ ਨਹੀਂ, ਮੈਨੂੰ ਦਿਖਾ ਦਿਓ ਕੋਈ, ਕਿਤੇ ਲਿਖਤੀ ਗ੍ਰੰਥ ਦੇ ਵਿੱਚ ਮੈਨੂੰ ਦਿਖਾਓ ਕਿੱਥੇ ਨੇ 5 ਸ਼ਬਦ। ਨਹੀਂ, 5 ਸ਼ਬਦ ਲਿਖਤੀ ਰੂਪ 'ਚ ਹੀ ਹੁੰਦੇ, 5 ਸ਼ਬਦ ਕਮਾਈ ਕਰਕੇ ਉਹਨੂੰ ਪ੍ਰਗਟ ਕਰਨਾ ਪਊਗਾ ਅਨਹਦ ਤੋਂ ਬਾਅਦ ਦੇ ਵਿੱਚ। ਉਹ ਸੁਣਾਈ ਦੇਣਗੇ, ਸੁਣਨਗੇ। ਐਸੇ ਸੰਦੇਸ਼ ਦੀ ਖਾਤਰ ਰਾੜੇ ਵਾਲੇ ਸੰਤਾਂ ਨੇ ਸਾਰੀ ਜ਼ਿੰਦਗੀ ਲਾਤੀ ਰਾੜਾ ਸਾਹਿਬ ਦੇ ਵਿੱਚ। ਹੁਣ ਜੇ ਆਪਾਂ ਕਹੀਏ ਸ਼ਬਦ ਸੁਰ ਦਾ ਅਭਿਆਸ ਕਰਕੇ ਉੱਥੋਂ ਜਣੇ ਕਣੀ ਪਾਸ ਹੋ ਗਏ ਰਾੜੇ ਵਿੱਚੋਂ, ਨਹੀਂ, ਸੇਵਾ ਕਰ ਲੈਣਾ ਕੁਛ ਗੱਲ ਹੋਰ ਆ, ਕੀਰਤਨ ਕਰ ਲੈਣਾ ਗੱਲ ਕੁਛ ਹੋਰ ਆ, ਪਰ ਜਿਹੜੀ ਉਹ ਵਾਸਤਾ ਨਾ, ਉਹ ਵਾਸਤਾ ਬਣ ਕੇ ਨਿਕਲਣ ਵਾਲੇ ਸਕੂਲ ਦੇ ਵਿੱਚੋਂ ਬੜੇ ਬਿਰਲੇ ਹੁੰਦੇ ਨੇ। ਜੇ ਆਪਾਂ ਕਹੀਏ ਕਿਸੇ ਕਾਲਜ ਦੇ ਵਿੱਚ ਬੱਚੇ ਪੜ੍ਹਦੇ ਨੇ, ਜਣਾ ਬੱਚੇ ਕਿਤੇ DC ਬਣ ਕੇ ਨਿਕਲੂਗਾ, ਨਹੀਂ ਨਿਕਲਦਾ। DC ਦੀ ਪਦਵੀ, DC ਦੀ ਡਿਗਰੀ ਬੜੀ ਔਖੀ ਮਿਲਦੀ ਹੈ। ਇਹ ਜਦੋਂ ਪਦਵੀ ਆ ਨਾ, ਜਦੋਂ ਕਿਸੇ ਵੀ ਆਪਾਂ ਸਕੂਲ ਦੇ ਵਿੱਚੋਂ, ਕਿਸੇ ਰੂਹਾਨੀਅਤ ਵਿਚਾਰ ਦੇ ਵਿੱਚੋਂ ਉਹ ਚੀਜ਼ ਨੂੰ ਪ੍ਰਗਟ ਕਰਕੇ ਨਿਕਲਦੇ ਹਾਂ, ਤਾਂ ਫਿਰ ਉਹਦਾ ਪਤਾ ਲੱਗਦਾ ਵੀ ਇਹ ਕੀ ਸ਼ਬਦ ਆ, ਕੀ ਇਹ ਸੁਣਦਾ, ਕੀ ਮਹਾਂਪੁਰਸ਼ਾਂ ਨੇ ਇਹ ਕਰਮ ਕੀਤੇ। ਮੈਂ ਆਪਣੀ ਜ਼ਿੰਦਗੀ ਵਿੱਚ ਰਾੜਾ ਸਾਹਿਬ ਦੇ ਵਿੱਚ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਮੈਂ ਸਤਿਕਾਰ ਕਰਦਾ, ਸਭ ਦਾ ਕਰਦਾ, ਸਧਾਰਨ ਤੋਂ ਸਧਾਰਨ ਬੰਦੇ ਦਾ ਕਰਦਾ, ਬਹੁਤ ਸਤਿਕਾਰ ਕਰਦਾ। ਪਰ ਜਿਹੜਾ ਸੱਚ ਹੈ ਉਹ ਸੱਚ ਕਹਿਣਾ ਪਊਗਾ। ਜੇ ਆਪਾਂ ਕਹੀਏ ਵੀ ਰਾੜਾ ਸਾਹਿਬ ਦੇ ਵਿੱਚੋਂ ਸ਼ਬਦ ਸੁਰ ਦੀ ਡਿਗਰੀ ਜਣਾ ਲੈ ਕੇ ਆ ਗਿਆ, ਨਹੀਂ, ਬਹੁਤ ਬਿਰਲੀ ਆਤਮਾ ਦੀ ਹੈ, ਬਿਰਲੀ ਆਤਮਾ। ਬਿਰਲੇ ਵਿੱਚੋਂ ਕਿਹੜੇ ਕਿਹੜੇ ਤੇ? ਜਥੇਦਾਰ ਬਾਬਾ ਮਹਿੰਦਰ ਸਿੰਘ ਜੀ, ਜਰਗ ਰਾੜਾ ਸਾਹਿਬ ਵਾਲੇ, ਉਹ ਸਕੂਲ ਨੂੰ ਪਾਸ ਕਰਕੇ ਸੰਤ ਬਾਬਾ ਸੁਖਦੇਵ ਸਿੰਘ ਜੀ ਲੌਰਾ ਸਾਹਿਬ ਵਾਲੇ, ਉਹ ਵੀ ਆਏ ਸੀ ਪਾਸ ਕਰਕੇ। ਉਹ ਸਕੂਲ ਨੂੰ ਪਾਸ ਬਾਬਾ ਕਰਮ ਸਿੰਘ ਨੇ ਵੀ ਕੀਤਾ, ਜਿਹੜੇ ਭਿੱਖੀ ਬਾਗੇ ਸੀ। ਛੋਟੇ ਮਹਾਰਾਜ ਦੀ ਜੂੜੀ ਵਿੱਚ ਰਹਿ ਕੇ ਬਹੁਤ ਬੜੀ ਤਪੱਸਿਆ ਕੀਤੀ, ਮੈਨੂੰ ਪਤਾ, ਬਹੁਤ ਭਜਨ ਕੀਤਾ, ਬੜਾ ਅਭਿਆਸ ਕੀਤਾ ਉਹਨਾਂ ਨੇ। ਅਭਿਆਸੀ ਪੁਰਸ਼ ਬਣਨਾ ਕੁਛ ਹੋਰ ਆ, ਕੀਰਤਨ ਕਰਨਾ ਕੁਛ ਹੋਰ ਆ, ਸੇਵਾ ਕਰ ਲੈਣੀ ਕੁਛ ਹੋਰ ਹੈ। ਅਭਿਆਸੀ ਪੁਰਸ਼ ਬਣਨਾ, ਉਹ ਜਥੇਦਾਰ ਮਹਿੰਦਰ ਸਿੰਘ ਜੀ ਜਰਗ ਰਾੜਾ ਸਾਹਿਬ ਵਾਲੇ, ਬਾਬਾ ਕਰਮ ਸਿੰਘ ਜੀ ਅਤੇ ਕੁਛ ਗਿਣਵੀਆਂ ਜਿਹੜੀਆਂ ਆਤਮਾ ਹੋਰ ਨੇ, ਉਹ ਜਿਹੜੇ ਕਿ ਅਭਿਆਸੀ ਪੁਰਸ਼ ਬਣ ਕੇ ਰਾੜਾ ਸਾਹਿਬ ਦੇ ਵਿੱਚੋਂ ਨਿਕਲੇ। ਅਤੇ ਫਿਰ ਉਹਨਾਂ ਦੇ ਬਾਰੇ ਹੀ ਜਦੋਂ ਆਪਾਂ ਇਹ ਨਾਮ ਜਪਦੇ ਹਾਂ, ਸੁਰਤ ਅੰਦਰ ਜਾਂਦੇ ਹਾਂ, ਔਰ ਆਪਣੀ ਸੁਰਤ ਅਨਹਦ ਦੇ ਵਿੱਚ ਜਾਂਦੀ ਹੈ, ਉਹ ਤੋਂ ਬਾਅਦ ਦੇ ਵਿੱਚ ਫਿਰ ਕੀ ਬਣਦਾ ਹੈ? ਸੁੰਨ ਸਮਾਧੀ ਲੱਗਣ ਲੱਗ ਜਾਂਦੀ ਹੈ। ਤੁਹਾਡਾ ਜਿਹੜਾ ਸਿਮਰਨ ਹੈ ਉਹ ਅਜੱਪਾ ਵਿੱਚ ਵਗ ਜਾਂਦਾ ਹੈ। ਅਜੱਪਾ ਵਿੱਚ ਜ਼ੁਬਾਨ ਨਹੀਂ ਹਿੱਲੂ, ਕੰਠ ਨਹੀਂ ਹਿੱਲੂ, ਬੁੱਲ੍ਹ ਨਹੀਂ ਹਿੱਲਣਗੇ, ਉੱਥੇ ਸੁਰ 'ਤੇ ਕੰਮ ਕਰਦੀ ਬਸ। ਤੁਸੀਂ ਦੇਖੋ ਕਦੇ ਸ਼ਬਦ ਸੁਰ ਦਾ ਅਭਿਆਸ ਲਾ ਕੇ ਜਿਹਦੇ ਅਜੱਪਾ ਚੱਲਦਾ, ਮੂੰਹ ਬੰਦ ਕਰੋ, ਨੇਤਰ ਮੇਚੋ, ਉਹ ਜੱਪਾ ਦਾ ਫਿਰ ਸਾਧ ਸੰਗਤ ਜੀ
ਸਾਰੇ 33 ਕਰੋੜ ਰੋਣ ਦੇ ਵਿੱਚੋਂ ਨਿਕਲਿਆ, ਸਾਰਾ ਬਣਦਾ ਹੈ। ਤਾਂ ਸਾਧ ਸੰਗਤ, ਮੇਰੇ ਕਹਿਣ ਦਾ ਭਾਵ ਕੀ ਹੈ ਵੀ ਨਾਮ ਜਪ ਕੇ ਕਮਾਈ ਕਰਕੇ ਆਪਾਂ ਨੇ ਆਪਣਾ ਭਲਾ ਵੀ ਕਰਨਾ, ਦੂਜਿਆਂ ਦਾ ਭਲਾ ਵੀ ਕਰਨਾ। ਜਿਹੜੇ ਅਜੱਪਾਂ ਵਿੱਚ ਵਾਗੇ ਨੇਤਰ ਬੰਦ ਰਹਿਣਗੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਰਹੇ। ਬੋਲਣਾ ਬੰਦ ਹੋ ਜਾਊਗਾ, ਬਹੁਤਾ ਨਹੀਂ ਬੋਲੂਗਾ, ਚੰਗੇ ਲੱਗਣਗੇ ਬੱਚਿਆਂ ਨੂੰ। ਇਹ ਨਿਸ਼ਾਨੀਆਂ ਦੇਖ ਲਓ ਤੁਸੀਂ ਕਰਕੇ ਭਾਵੇਂ। ਉਹਦੀ ਨੀਂਦ ਘੱਟ ਜੂਗੀ, ਨੀਂਦ ਹੀ ਬਹੁਤੀ ਹੁੰਦੀ ਨਾਮ ਦੇ ਪਿਆਸੀ ਨੂੰ। ਉਹਦਾ ਭੋਜਨ ਘੱਟ ਜੂਗਾ, ਉਹਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਜੇ ਭੁੱਖ ਲੱਗਦੀ ਹੈ, ਨਾਮ ਦੀ ਭੁੱਖੇ ਲੱਗਦੀ ਹੈ। ਅਤੇ ਸਾਧ ਸੰਗਤ ਪਰ ਉਹਦੇ ਬਾਰੇ ਹੀ ਗੁਰੂ ਮਹਾਰਾਜ ਦੀ ਬਾਣੀ, ਮਹਾਂਪੁਰਸ਼ ਇਸ ਤਰ੍ਹਾਂ ਬਚਨ ਕਰਦੇ ਨੇ। ਸਾਰੇ ਪੜ੍ਹੋ ਮਾਈ ਭਾਈ। ਦਿਨ ਰਾਤ ਦੀ ਸਮਾਧੀ ਲੱਗੀ ਰਹਿਣੀ ਹੈ, ਰੱਬ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿਣੀ ਹੈ, ਰੱਬ ਦੇ ਪਿਆਰਿਆਂ ਦੀ।
दिन रात की समाधि लगी रहती है रब के प्यारिਆਂ ਦੀ शब्द सुनने का अभ्यास चलता रहिंदा। और ये देखो कि ध्यान रखो जदों तुहाडे शब्द और सुरत का एक मेल होण लग गया ना, जदों तुहानूं सच्चा प्रेम आ गया, बराग आ गया वाहिगुरू शब्द का, थोड़े नेत्र 24 घंटे जलना भजे रहणगे। निशानी है 24 घंटे जलना भजे रहणगे थोड़े नेत्र। वो जोड़े बराग नूं दुनिया जन्मां जन्मां ही तरजी हुंदी है, फिर 24 घंटे 24 घड़ियां वो बराग चलन लग जाता अंदर। बराग चलन लग गया, बरागी पुरुष हो गया, फिर उसका अंत नहीं, कोई भेद पुरुष बन जाता परमेश्वर का। तो इस तरह नाम जपो, सिमरन करो, भजन करो, बंदगी करो, गुरु शब्द खजाना नाम का मिलता सब कुछ गुरु ग्रंथ साहिब की बाणी विच ही है। पर एक गल मैं जरूर कहूँगा, जे तुसी बिजली की तार नूं हत्थ लाओ, मैनूं ला के दिखाओ, कोई नहीं ला सकता। यह तो खत्म कर दूगी, नहीं तुहानूं फिर रोगी का बनाए दूगी। फिर जो एक परमेश्वर का एडा बेटो बड़ी ताकत आ, उन्होंने सीधा हथ किवें ला दोगे? जोड़ा शब्द गुरु ग्रंथ साहिब दे विच आ, वो किवें मिल जूगा? सीधा नहीं मिलता, साड़ी भुल है। किवें मिलूगा? महाराज बाणी कहती है, जिस बखर को लैन तू आया, जिहड़े शब्द नूं लैण वास्ते, जिहड़ा खजाना गुरु ग्रंथ साहिब की बाणी विचों लैण वास्ते, जिहड़ा बखर शब्द लैण वास्ते तू आया। ये महाराज दसदे ने, दास नहीं दसदा, संत नहीं दसदे, गुरु ग्रंथ साहिब कहंदे ने। कित्थों मिलूगा? राम नाम संतन घर आया। जे संतां की लोड़ ना आउंदी तां महाराज बाणी विच कह दिंदे, राम नाम चोरां दे घर मिलूगा, ठग्गां दे घर मिलूगा, पापियां दे घर मिलूगा। कहते महाराज ने कहना कोई रोकती, पर नहीं, ये रूहानी ग्रंथ आ, ये जागदी जोत आ, सर्व कला समर्था, शब्द गुरु है। इसे करके गुरु का दर्जा गुरु ग्रंथ साहिब नूं प्राप्त है। तो साध संगत जी, इहदे विचों फिर वो जिहड़ा शब्द के दर्शन ने, वो कोई रब के प्यारे हो गए। रब के प्यारे जो हो गए, फिर वो दसणगे तुहानूं भी इत्थे दी सुरत लो, इत्थे शब्द रखो, फिर कर लो। इस तरह ही चलो, ये तो आप भजन बारे तुहानूं मैं कल परसों से दसदा वा। मैं तुहानूं दस्सिया, जद भी किसी की इच्छा हो मेरे को ज़्यादा आ जाओ चेहरा सब गुरुद्वारे, पैर के अंगूठे से लैके 10वें द्वार तक जोड़े 8 चक्कर ने शरीर के चलते, किवें सुतों थले जाके उपर चढ़ना, किवें 10वें द्वार तो क्रॉस करना, किवें पार ब्रह्म के जाना, वो सारिया विधियां दास तुहानूं दस सकता है। मेरे को मस्तूआणा साहिब की संप्रदाय बहुत बड़ी है। मस्तूआणा साहिब की संगत पिंड चीमे विचों आई। मेरे जबान नैट से चलते हैं, नैट से मैं शीश भी दिना। उन्हें किसी नैट के उपर मेरा जबान सुनिया, वो संगत के रूप में भालते भालते 3-4 घंटे लग गए भालदे, उत्थे आ गए, चाला पहुँच गए। मेरे चरण फड़ के जल जल उन्होंने नेत्रों में जो निकल लगे। कहते महाराज, कहते सानू भालदे कहते 7 घंटे हो, सानू ये नहीं पता लगे चेहरा किहड़ा, कदे झैल बढ़ जाते हैं, कदे किते वग जाते हैं, कहते हुण पता लगे। कहते सानू प्यास आ नाम दी, सानू भुख आ प्यास दी, असीं तुहाडे नैट के उपर विचार सुने, सानू वो भुख मिटाओ। मैं कहा जे तां तुसीं सच्ची आए हो हानी बन के, फिर तो हाजिर है। पर जे तुसीं कोई नुक्ता चीनी करने वास्ते आए हो, तो फिर वहाँ रोटी छको, लंगर छको और भोग लवो, दरवाजा आओ बाहर। कहते नहीं महाराज, कहते असीं सच्चे दिलों, कहते बाबा अतर सिंह महाराज की कसम खा कहने गए सानू। मैं कहा बाबा अतर सिंह जी का रब का रूप ने, उन्होंने कसम काहनूं खानी साने? फिर उन्होंने मैं सारे खजाने को दस्या, कहते सामने चीज़ ये बहुत औखी है। कहेगा बहुते 82 पुरुष नहीं है थोड़े इलाके विच, मैं कहना सारे इस एरिए विच एक कोई आत्मा होया श्रीमान संत बाबा सुखदेव सिंह जी महाराज सिरसा लौड़ा साहिब वाले।
ਜਿਹੜੇ ਮਹਾਂਪੁਰਸ਼ਾਂ ਦੇ ਕੋਲ ਬੜਾ ਰਹਾਨਾ ਸੀ, ਖਜ਼ਾਨਾ ਸੀ, ਪਰ ਲੈਣ ਵਾਲੇ ਕਿੰਨੇ ਕੁ? ਮੈਨੂੰ ਤਾਂ ਕੋਈ ਲੱਗਿਆ ਨਹੀਂ ਭਾਈ। ਸੇਵਾ ਕਰੀ ਜਾਓ, ਦੀਵਾਨ ਲਾਈ ਜਾਓ, ਬਾਜੇ ਧਰਨ ਲਾਈ ਜਾਓ, ਬਾਜਾ ਵੀ ਆਈ ਜਾਓ, ਇਹ ਕੋਈ ਗੱਲ ਨਹੀਂ ਹੈ, ਪਰ ਜਿਹੜਾ ਖਜ਼ਾਨਾ ਲੈਣ ਵਾਲਾ ਮੈਨੂੰ ਨਹੀਂ ਕੋਈ ਲੱਗਿਆ। ਅਰਸਾਦ ਸੰਗਤ ਉਹ ਲੈਣ ਵਾਲੇ ਵੀ ਬਾਹਰ ਕੀ ਕਹਿੰਦੇ ਨੇ, ਅੰਤਰ ਗੁਰੂ ਅਰਾਧਨਾ, ਜੀਭਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗੇ ਪਾਈਏ ਥੋ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਬਤ ਦੇ, ਜਗ ਮਹਿ ਉਤਮ ਕਾਢੀਏ। ਵਿਰਲੇ ਕਈ ਕੇ ਉਹ ਬਿਰਲੇ ਨੇ 82 ਪਰਸ, ਤੁਹਾਡੇ ਵਿੱਚੋਂ ਵੀ ਬਿਰਲੇ ਬੈਠੇ ਹੋਣਗੇ ਜਿਹੜੇ ਅਭਿਆਸ ਵਾਲੇ ਨੇ, ਕਿਸੇ ਦਾ ਮਨ ਕਿਤੇ ਫਿਰਦਾ, ਕਿਸੇ ਦਾ ਮਨ ਕਿਤੇ ਫਿਰਦਾ, ਕੋਈ ਕਹਿੰਦਾ ਮੈਂ ਜਾਵਾਂ, ਕੋਈ ਕਹਿੰਦਾ ਮੈਂ ਆਵਾਂ, ਬੜੇ ਬਹੁਤ ਬਿਰਲੇ ਨੇ ਸਕਦਾ। ਬਾਣੀ ਝੂਠੀ ਨਹੀਂ, ਬਾਣੀ ਦਾ ਸ਼ਬਦ ਇੱਕ ਇੱਕ ਸੱਚਖੰਡ ਹੈ, ਇੱਦਾਂ ਮਹਾਰਾਜ ਦੀ ਬਾਣੀ ਕਹਿੰਦੀ, ਇੱਦਾਂ ਪੜ੍ਹੋ ਸਾਰੇ। ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਬੰਦੇ ਤੇਰੇ ਨਾਮ ਦੇ ਵਪਾਰੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਣ ਕੀ ਕਰੀਏ ਫਿਰ ਇਹਦਾ? ਕਹਿੰਦੇ ਐਂ ਕਰੋ, ਇਹਨੂੰ ਸੌਦਾ ਪਵਾ ਦਿੰਦੇ ਆਪਾਂ, ਦੁਕਾਨ ਖੜਾ ਦਿੰਦੇ ਪਰਚੂਨ ਦੀ, ਨਾਲੇ ਸੌਦਾ ਵੇਚੀ ਜਾਊਗਾ, ਨਾਲੇ ਨਾਮ ਜਪੀ ਜਾਊਗਾ, ਨਾਲੇ ਕਿੱਤੇ ਲੱਗੇ ਜਾਣਗੇ ਦੁਨੀਆ 'ਤੇ ਬੀਬੀ।
ਪਤਾ ਮੁਕਾ ਲਿਆ। ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਈਏ ਕੱਢੇ। ਦੇਖੋ ਧਿਆਨ ਕਰਨਾ, ਰੱਬ ਦੇ ਉੱਪਰ ਵਿਸ਼ਵਾਸ ਮਾਂ ਬਾਪ ਨੂੰ ਨਹੀਂ ਆਇਆ, ਹੋਰ ਤਾਂ ਆਉਣਾ ਕਿਹਨੂੰ ਆ। ਮੈਂ ਤਾਂ ਕੱਲ੍ਹ ਨੂੰ ਕਹਿੰਦਾ 20 ਰੁਪਏ ਤਾਂ ਦੇ ਦਿੰਦੇ ਆਪਾਂ, ਪਰ ਮੈਨੂੰ ਇਹਦਾ ਵਿਸ਼ਵਾਸ ਹੀ ਨਹੀਂ ਵੀ 20 ਰੁਪਏ ਦਾ ਸੌਦਾ ਲਿਆਊਗਾ ਕਿ ਨਹੀਂ ਲਿਆਊਗਾ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਨਾ 2 ਬੰਦੇ ਇਹ ਪਿਛਲੇ ਜਾਂਦੇ ਰਹਿਣ, ਤੇ ਇੱਕ ਮਰਦਾਨਾ ਤੇ ਇੱਕ ਬਾਲਾ। ਬਾਲੇ ਨੂੰ ਬਹੁਤ ਜਨਮ ਹੋ ਗਏ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਮਰਦਾਨੇ ਨੂੰ ਥੋੜ੍ਹੇ ਹੋਏ, ਤੇ ਮਰਦਾਨਾ ਕਈ ਵਾਰੀ ਕਹਿੰਦਾ ਸੀ ਚੱਕੋ ਮਹਾਰਾਜ ਜੀ ਆਪਣੀ ਰਬਾਬ ਮੈਂ ਨਹੀਂ ਵਜਾਉਣੀ, ਐ ਵੀ ਕਹਿੰਦਾ ਹੀ ਕਈ ਵਾਰੀ। ਬਾਲੇ ਨੂੰ ਪਤਾ ਜੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਦੀ ਜੋਤ ਬਣ ਕੇ ਆਏ ਨੇ, ਨਿਰੰਕਾਰ ਨੇ। ਤਾਂ ਮੈਂ ਤਾਂ ਕੱਲ੍ਹ ਨੂੰ ਕਹਿਣਾ, ਪਰ ਐਂ ਕਰੋ ਵੀ 20 ਰੁਪਈਏ ਆਪਾਂ ਬਾਲੇ ਨੂੰ ਫੜਾ ਦਿੰਦੇ ਹਾਂ, ਵੀ ਜਾ ਕੇ ਸੌਦਾ ਲਿਆਓ, ਸੌਦਾ ਲਿਆ ਕੇ ਇਹਦੀ ਦੁਕਾਨ ਪਵਾਓ, ਇਹ ਦੁਕਾਨ 'ਤੇ ਬੈਠੇ ਆਪਣਾ ਦੁਕਾਨ ਚਲਾਵੇ, ਨਾਲੇ ਇਹਦੇ ਘਰ ਵਾਲੀ ਕੰਮ ਲੱਗੀ ਰਹੂ, ਨਾਲੇ ਇਹ ਲੱਗੇ ਰਹੂਗਾ, ਆਪਾਂ ਨੂੰ ਵਿਕਲੇ ਹੋ ਜਾਣਗੇ। ਹੁਣ 20 ਰੁਪਈਏ ਦੇ ਤੇ ਗੁਰਮੁਖੋ, ਗੁਰੂ ਨਾਨਕ ਨੂੰ ਨਹੀਂ ਫੜਾਏ, ਨਾ 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 ਨਾ। 20 ਰੁਪਈਏ ਮਹਿਤਾ ਕਾਲੂ ਨੇ ਬਾਲੇ ਨੂੰ ਫੜਾਏ। ਲਾਈ ਵਾਲਾ ਜ਼ਿੰਮੇਵਾਰ ਤੂੰ ਆ, ਸੌਦਾ ਤੂੰ ਲਿਆ ਕੇ ਮੈਨੂੰ ਦੱਸਣਾ, ਜੇ ਕੋਈ ਹੇਰਾ ਫੇਰੀ ਹੋਗੀ ਮੈਂ ਤੈਨੂੰ ਫੜੂੰਗਾ, ਮੈਂ ਕਿਸੇ ਨੂੰ ਨਹੀਂ ਫੜਨਾ। ਮੈਂ ਤਾਂ ਕਾਲੂ ਕਹਿੰਦਾ, ਮੈਂ ਤਾਂ ਕਾਲੂ ਸਖਤ ਤੇ ਰਾਏ ਬਰਾੜ ਦਾ ਪਟਵਾਰੀ ਸੀ। ਪਟਵਾਰੀਆਂ ਤੁਹਾਨੂੰ ਪਤਾ ਹੀ ਆ ਕੀ ਬਿਰਤੀ ਹੁੰਦੀ ਆ। ਹੁਣ ਸਾਧ ਸੰਗਤ 20 ਰੁਪਈਏ ਲੈ ਕੇ ਸੌਦਾ ਲੈਣ ਵਾਗੇ। ਹੁਣ ਜਦੋਂ ਸੌਦਾ ਲੈਣ ਜਾਂਦੇ ਨੇ, ਰਾਸਤੇ ਦੇ ਵਿੱਚ ਇੱਕ ਸੰਤ ਮੰਡਲੀ ਬੈਠੀ ਆ। ਜਦੋਂ ਸੰਤ ਮੰਡਲੀ ਬੈਠੀ, ਨੇਤਰ ਵਿਚੇ ਹੋਏ, ਸਮਾਧੀਆਂ ਲੱਗੀਆਂ ਹੋਈਆਂ, 10ਵੇਂ ਦੁਆਰ ਨੂੰ ਸੁਰਤਾਂ ਚੜ੍ਹੀਆਂ ਹੋਈਆਂ, ਕੋਈ ਪਤਾ ਨਹੀਂ ਕੌਣ ਆ ਗਿਆ, ਕੋਈ ਵਗ ਗਿਆ। ਬੈਠੇ ਰਹੇ ਗੁਰੂ ਨਾਨਕ ਬਾਲ ਅਵਸਥਾ ਵਿੱਚ ਬੈਠੇ ਰਹੇ। ਬਹੁਤ ਪ੍ਰਭਾਵਿਤ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹਿਣ ਲੱਗੇ ਬਈ ਸਮਾਧੀਆਂ ਲਾਈਆਂ ਉਹਨੇ, ਜੇ ਅਸਲ ਅਵਸਥਾ ਹੋਵੇ ਫਿਰ ਪਤਾ ਲੱਗੂ ਇਹਨਾਂ ਦਾ। ਸਮਾਧੀਆਂ ਖੋਲ੍ਹੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਤ ਰਹਿਣ ਜੀ ਮੁਖੀ ਤੇ ਉਹਨੇ ਸੰਤ ਰਹਿਣ ਜੀ ਦੇ ਚੰਨ ਫੜੇ ਨੇ। ਕਈ ਸ਼ੰਕਾ ਕਰ ਜਾਂਦੇ ਨੇ, ਕਹਿੰਦੇ ਜਿਵੇਂ ਕੋਈ ਗੁਰੂ ਨਹੀਂ ਸੀ, ਕਈ ਕਹਿੰਦੇ ਨੇ ਕੋਈ ਚੰਨ ਨਹੀਂ ਫੜੇ, ਕੁਛ ਨਹੀਂ ਹੋਇਆ। ਇਤਿਹਾਸ ਦੱਸਦਾ, ਕਹਿੰਦੇ ਸੰਤ ਰਹਿਣ ਜੀ ਨੂੰ ਨਮਸਕਾਰੀ ਕੀਤੀ ਦੌਲਤ ਬੰਦਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁੱਛਿਆ, ਸੰਤ ਜੀ ਤੁਸੀਂ ਸਮਾਧੀਆਂ ਲਾਈ ਬੈਠੇ ਹੋ, ਮੈਂ ਬੜਾ ਦੇਰ ਦਾ ਦੇਖਦਾ, ਨਿੱਤ ਨਹੀਂ ਖੋਲ੍ਹਦੇ, ਕੋਈ ਅੰਗ ਨਹੀਂ ਹਿਲਾਉਂਦੇ, ਕੋਈ ਸਰੀਰ ਨਹੀਂ ਤੁਹਾਡਾ ਹਿਲਦਾ, ਇੱਕ ਸਮਾਧੀ ਵਿੱਚ ਬੈਠੇ ਹੋ। ਸੰਤ ਰਹਿਣ ਜੀ ਕਹਿੰਦਾ ਅਸੀਂ ਰੱਬ ਦੇ ਪਿਆਰੇ ਦੀ ਯਾਦ ਦੇ ਵਿੱਚ ਬੈਠ ਜਾਂਦੇ ਹਾਂ। ਫਿਰ ਥੋੜ੍ਹਾ ਖਾਣ ਪੀਣ ਦਾ ਪ੍ਰਬੰਧ, ਕਹਿੰਦੇ ਪਰਾਂ ਲੱਭਦਾ। ਬੜੇ ਪ੍ਰਭਾਵਿਤ ਹੋਏ, ਕਹਿੰਦੇ ਪਰਾਂ ਲੱਭਦਾ, ਕਹਿੰਦੇ ਹਾਂ। ਕਹਿੰਦੇ ਕੋਈ ਆ ਗਿਆ ਦੇ ਗਿਆ, ਨਹੀਂ ਆ ਗਿਆ ਤਾਂ ਕੋਈ ਫਿਕਰ ਨਹੀਂ ਹੈ, ਜਿਹੜਾ ਪਰਾਂ ਲੱਭ 'ਚ ਹੋਊਗਾ ਮਿਲ ਜੂਗਾ, ਜਾਂ ਨਹੀਂ ਹੋਊਗਾ ਨਹੀਂ ਮਿਲਦਾ, ਤੁਸੀਂ ਨੋਟ ਕਰ ਲਿਓ। ਇਹ 2 ਚੀਜ਼ਾਂ ਜਨਮ ਤੋਂ ਪਹਿਲਾਂ ਆਉਂਦੀਆਂ ਨੇ ਬੰਦੇ ਦੀਆਂ, ਆਪਾਂ ਫਿਕਰ ਨਾ ਕਰਿਆ ਕਰੋ। ਪਰਾਂ ਲਫ਼ਜ਼ ਕਰਮ ਲਿਖਿਆ ਜਾਂਦਾ ਜਨਮ ਤੋਂ ਪਹਿਲਾਂ। ਜਨਮ ਤੋਂ ਪਹਿਲਾਂ ਸੰਜੋਗ ਅਤੇ ਵਿਜੋਗ ਲਿਖੇ ਜਾਂਦੇ ਨੇ, ਇਹ ਜਨਮ ਤੋਂ ਪਹਿਲਾਂ ਲਿਖੇ ਜਾਂਦੇ ਨੇ। ਤਾਂ ਕਹਿੰਦੇ ਪਰਾਂ ਲਫ਼ਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਬਾਲਿਆ, ਕਹਿੰਦਾ ਐਡੋ ਬੜਾ ਆਪਾਂ ਨੂੰ ਸੱਚਾ ਸੌਦਾ ਨਹੀਂ ਫਿਰ ਬਣਨਾ। ਕਹਿੰਦਾ ਜਿਹੜਾ ਸੌਦਾ ਬਾਪ ਨੇ ਕਹਿਣਾ ਦੁਕਾਨ ਲੈ ਕੇ ਜਾਣਾ, ਕਹਿੰਦਾ ਜੇ ਆ ਭੁੱਖੇ ਸਾਧੂ ਨੇ, ਜੇ ਆਪਾਂ ਨੇ ਉਹਨੂੰ ਲੰਗਰ ਛਕਾ ਲਈਏ, ਕਹਿੰਦਾ ਇਹਨਾਂ ਵਰਗੇ ਤਾਂ ਫੜੇ ਨਹੀਂ ਕੋਈ। ਬਾਲਾ ਕਹਿੰਦਾ ਵੀ ਦੇਖ ਲਾ,
ਕਹਿੰਦਾ ਜ਼ਿੰਮੇਵਾਰੀ ਮੇਰੇ ਬਣਾ ਕੇ ਭੇਜਿਆ, ਤੇਰਾ ਬਾਪ ਹੈਗਾ ਅੜਬ, ਨਾਲੇ ਗਾਲਾਂ ਤੈਨੂੰ ਕੱਢੂਗਾ ਨਾਲੇ ਮੈਨੂੰ ਕੱਢੂਗਾ, ਬਈ ਹੁਣ ਤੂੰ ਦੇਖ ਲਾ ਗੁਨਾਹ ਕਰੂ। ਕਹਿੰਦਾ ਦੇਖਿਆ ਵਹੀ ਹੈ। ਲਵੇ ਚੂੜ ਕਾਣਾ ਪੈਂਦਾ ਸੀ, ਚੂੜ ਕਾਣਾ, ਸ਼ਹਿਰ ਲਾ ਲਓ, ਮੰਡੀ ਲਾ ਲਓ, ਕਸਬਾ ਲਾ ਲਓ। ਕਹਿੰਦੇ ਐਂ ਕਰੋ, ਚੂੜ ਕਾਣੇ ਜਾਓ, ਜਾ ਕੇ ਇਹਦੇ ਲੰਗਰ ਦਾ ਸਮਾਨ ਲਿਆਓ। ਜਿੰਨੇ 20 ਰੁਪਏ ਸੌਦੇ ਨੂੰ ਦਿੱਤੇ ਮਹਿਤਾ ਕਾਲੂ ਨੇ, ਉਸ ਸਮੇਂ 20 ਰੁਪਏ ਮੇਰਾ ਖਿਆਲ ਤਾਂ 20 ਲੱਖ ਦਾ ਹੀ ਕੰਮ ਕਰਦੇ ਹੋਣਗੇ। ਜਿੰਨਾ ਕਿ ਸੰਨ 47 ਵਿੱਚ ਤੁਹਾਨੂੰ ਪਤਾ ਕੋਈ ਬੈਠੇ ਹੋਣਗੇ ਕਿੰਨੀ ਕੁ ਬੈਠੇ ਸੀ ਰੁਪਈਏ ਦੀ। ਜਦ ਰੁਪਈਏ ਨੂੰ ਦੱਸਦੇ ਹੁੰਦੇ, ਰੁਪਈਆ ਦੇਖਦੇ ਤੇ ਬੜਾ ਹੌਸਲਾ ਦੇ ਰੁਪਈਆ, ਉਹਨਾਂ ਦੇ 1000 ਦੇ ਨੋਟ ਪੈਰਾਂ ਵਿੱਚ ਰੋੜ ਜਾਂਦੇ ਨੇ, ਕੁਛ ਵੀ ਨਹੀਂ ਹੈ। ਇਸ ਸਮੇਂ ਦੀ ਗੱਲ ਵਗ ਜਿਆ ਕਰਨਾ ਨੇ। ਕਹਿੰਦੇ 20 ਰੁਪਏ ਦਾ ਸੌਦਾ ਲਿਆ। ਚੂੜ ਕਾਣੇ ਤੋਂ 20 ਰੁਪਏ ਦਾ ਸੌਦਾ ਬਾਲਾ ਰਾਸ਼ਨ ਪਾਣੀ ਲੰਗਰ ਦਾ ਲਿਆਇਆ। ਆਟਾ ਲਿਆਇਆ, ਘਿਓ ਲਿਆਇਆ, ਨੂਣ ਲਿਆਇਆ, ਮਿਰਚ ਲਿਆਇਆ, ਮਸਾਲਾ ਲਿਆਇਆ, ਸਾਰਾ ਸਮਾਨ ਲਿਆਇਆ। ਉੱਥੇ ਲੰਗਰ ਤਿਆਰ ਕੀਤਾ 20 ਰੁਪਏ ਦੇ ਸੌਦੇ ਨਾਲ। ਜਦੋਂ ਲੰਗਰ ਤਿਆਰ ਕੀਤਾ ਤਾਂ ਪਹਿਲਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਤ ਰੈਣ ਦੀ ਮੰਡੀ ਨੂੰ ਆਪ ਲੰਗਰ ਵਰਤਾਇਆ, ਜਿਹੜਾ 20 ਰੁਪਏ ਦਾ ਸਾਰੇ ਗੁਰੂ ਘਰਾਂ ਵਿੱਚ ਚੱਲਦਾ, ਆਪ ਵਰਤਾਇਆ। ਅਤੇ ਇੱਦਾਂ ਪੜ੍ਹੋ ਸਾਧ ਸੰਗਤ, ਅਤੇ ਕਿਵੇਂ ਲੰਗਰ ਵਰਤਾਉਂਦਾ ਹੈ ਸਾਧ ਸੰਗਤ। ਓਕੇ ਸਾਧੂਆਂ ਨੂੰ ਨਾਨਕ ਲੰਗਰ ਸਕਾਰੇ, ਓਕੇ ਸਾਧੂਆਂ ਨੂੰ ਨਾਨਕ ਲੰਗਰ ਸਕਾਰੇ। ਓਕੇ ਸਾਧੂਆਂ ਨੂੰ ਨਾਨਕ ਭੁੱਖੇ ਸਾਧੂਆਂ ਨੂੰ ਗੁਰੂ ਨਾਨਕ ਦੇਵ ਜੀ ਆਪ ਲੰਗਰ ਛਕਾਉਂਦੇ ਨੇ। ਸੰਤ ਰੈਣ ਦੀ ਮੰਡਲੀ ਤੋਂ ਲੰਗਰ ਛਕਾਤਾ। ਉੱਧਰੋਂ ਜਦੋਂ ਰਾਏ ਭੋਲ ਦੀ ਤਲਵੰਡੀ ਨੂੰ ਆਏ, ਮਹਿਤਾ ਕਾਲੂ ਦੇਖਦਾ ਕਿਤੇ ਗੱਡਾ ਆਉਂਦਾ। ਉਹਨਾਂ ਸਮੇਂ ਵਿੱਚ ਲਾਰੇ ਨਹੀਂ ਹੁੰਦੇ, ਕੋਈ ਜਿਹਦੇ ਗੱਡੇ ਵੀ ਵੱਡੇ ਵੱਡੇ ਕੋਲ ਹੁੰਦੇ ਸੀ। ਕਿਤੇ ਗੱਡਾ ਆਉਂਦਾ, ਕਿਤੇ ਰੇਹੜੀ ਆਉਂਦੀ ਹੈ ਵੀ ਸਮਾਨ ਲੈ ਕੇ ਆਉਂਦਾ ਦੁਕਾਨ ਦਾ, ਕਿਤੇ ਨਹੀਂ ਦੀਦਾ। ਕ੍ਰੋਧ 'ਚ ਆ ਗਿਆ। ਮੈਂ ਤਾਂ ਕੱਲ੍ਹ ਕ੍ਰੋਧਵਾਨ ਬਹੁਤ ਸੀ, ਕ੍ਰੋਧ ਆ ਗਿਆ ਮਨ ਦੇ ਵਿੱਚ। ਬੁਰੇ ਭਲੇ ਸ਼ਬਦ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਨੂੰ। ਜਦੋਂ ਲੰਗਰ ਛਕਾ ਕੇ ਭੁੱਖੇ ਸਾਧੂਆਂ ਨੂੰ ਵਾਪਸ ਮੁੜੇ, ਗੁਰੂ ਨਾਨਕ ਕਹਿੰਦਾ ਬਈ ਬਾਲਿਆ ਤੁਸੀਂ ਤਾਂ ਚੱਲੋ, ਤੁਸੀਂ ਬੈਠੋ ਜੀਤੇ ਰੰਧਾਵੇ ਦੇ ਖੂਹ ਦੇ ਉੱਪਰ। ਕਹਿੰਦਾ ਮੈਂ ਉਹਨਾਂ ਬਾਅਦ ਦੇ ਵਿੱਚ, ਉਹਨੂੰ ਪਤਾ ਸੀ ਗੁਰੂ ਨਾਨਕ ਤੋਂ ਕੀ ਭੁੱਲਿਆ ਸੀ, ਉਹਦਾ ਖੁਦੇ ਰੱਬ ਸੀ, ਪਰਮੇਸ਼ਰ ਸੀਗਾ। ਸਾਧ ਸੰਗਤ ਜੀ ਉੱਧਰੋਂ ਕ੍ਰੋਧ ਹੋਇਆ ਮਹਿਤਾ ਕਾਲੂ, ਤਾਂ ਗੁਰਮੁਖੋ ਸਾਰਾ ਪਰਿਵਾਰ ਦੇਖਦਾ, ਭੈਣ ਨਾਨਕੀ ਦੇਖਦੀ ਆ ਬਈ ਕਿਤੇ ਮੇਰੇ ਵੀਰ ਨੂੰ ਬੁਰੇ ਭਲੇ ਸ਼ਬਦ ਨਾ ਕਹੇ। ਦੇਖੋ ਅੱਜ ਵੀ ਕੋਈ ਬਿਰਲੇ ਨੇ ਜਿਹੜੇ ਕਿਸੇ ਸ਼ਬਦ ਦੀ ਪਰਖ ਕਰਨ ਵਾਲੇ, ਬਹੁਤੇ ਨਹੀਂ ਹਨ, ਬਿਰਲੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਪਰਖ ਕਰਨ ਵਾਲੇ ਜਦ ਬਹੁਤ ਸੀਗੇ, 2 ਆਤਮਾ ਨੇ ਪਰਖ ਕਰੀ ਸੀ।
ਵੀ ਇਹ ਨਿਰੰਕਾਰ ਦੀ ਜੋਤ ਆ। ਦੋ ਕਿਹੜੀਆਂ? ਇੱਕ ਭੈਣ ਨਾਨਕੀ, ਦੂਜਾ ਰਾਏ ਬਲਾਰ। ਇਹਨਾਂ ਦੋਨਾਂ ਨੂੰ ਪਤਾ ਸੀ ਮਹਿਤਾ ਕਾਲੂ ਦੇ ਘਰ ਨਿਰੰਕਾਰ ਨੇ ਆਪ ਜਨਮ ਲਿਆ। ਪੰਜਾਂ ਤੱਤਾਂ ਵਿੱਚ ਨਿਰਾਕਾਰ ਸਰੂਪ ਤੋਂ ਸਰਗਤ ਸਰੂਪ ਬਣਦਾ ਹੁੰਦਾ। ਨਿਰਾਕਾਰ ਦੇ ਦਰਸ਼ਨ ਕਰਨ ਵਾਲਾ ਪੈਦਾ ਹੋਈ ਨਹੀਂ, ਅੱਜ ਕੋਈ ਨਹੀਂ ਕਰ ਸਕਦਾ। ਨਿਰਾਕਾਰ ਦੇ ਦਰਸ਼ਨ ਸਰਗਤ ਸਰੂਪ ਦੇ ਵਿੱਚ ਹੋਣਗੇ। ਨਿਰਗੁਣ ਵੀ ਉਹੀ, ਸਰਗੁਣ ਵੀ ਉਹੀ, ਕਲਾ ਤਾਰਜਨ ਸਗਲੀ ਉਹੀ। ਹੁਣ ਸਰਗਤ ਸਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇਹ ਦੇ ਵਿੱਚ ਸੀ ਕਿ ਪੰਜਾਂ ਤੱਤਾਂ ਵਿੱਚ ਆਏ ਤੇ ਨਿਰੰਕਾਰ ਦੀ ਜੋਤ ਅੰਦਰ ਸੀ। ਤਾਂ ਸਾਧ ਸੰਗਤ ਜੀ, ਮਹਿਤਾ ਕਾਲੂ ਕਹਿੰਦਾ ਬਈ ਤੁਸੀਂ ਕਹਿੰਦਾ ਖਾਲੀ ਤੁਰੇ ਆਉਂਦੇ ਹੋ, ਸੌਦਾ ਨਹੀਂ ਲਿਆਏ, ਨਾਨਕ ਕਿੱਥੇ ਆ? ਉਹ ਹੀ ਗਾਲਾਂ ਹੋਈਆਂ। ਮਰਦਾਨੇ ਵੀ ਗਾਲਾਂ, ਬਾਲੇ ਨੇ ਵੀ ਗਾਲਾਂ। ਬੁਰੇ ਭਲੇ ਸਾਧੂ ਕਹੇ ਕਿੱਥੇ ਆ ਨਾਨਕ, ਬੁਲਾਓ ਨਾਨਕ ਨੂੰ। ਨਾਨਕ ਆ ਗਿਆ। ਜਦੋਂ ਨਾਨਕ ਦੇਵ ਜੀ ਆਇਆ, ਉਹਨੂੰ ਬਾਚੇ ਨਹੀਂ ਕੀਤਾ ਮਹਿਤਾ ਕਾਲੂ ਨੇ। ਕੋਈ ਨਹੀਂ ਪੁੱਛਿਆ ਸੌਦੇ ਦਾ। ਲੈਂਦੇ ਨੇ ਤਰਾਸ ਕੇ ਗਲ ਤੇ ਥੱਪੜ ਮਾਰਿਆ। ਕਹਿੰਦਾ ਐ ਦੱਸ ਮੂਰਖਾ, ਉਹ ਤੈਨੂੰ 20 ਰੁਪਏ ਦਿੱਤੇ ਤੇ ਮੈਂ ਸੌਦਾ ਲਾਉਣ ਵਾਸਤੇ, ਪਰਚੂਨ ਦੀ ਦੁਕਾਨ ਕਰਨ ਵਾਸਤੇ, ਤੂੰ ਕਿੱਥੇ ਲੈ ਤੋਂ ਖਾਲੀ ਆ ਗਿਆ? ਚੁੱਪ। ਜਦ ਦੂਜਾ ਥੱਪੜ ਮਾਰ ਲੱਗਿਆ ਨਾ, ਭੈਣ ਨਾਨਕੀ ਆ ਕੇ ਐ ਜੱਫੀ ਪਾ ਲਈ ਮਹਿਤਾ ਕਾਲੂ ਨੂੰ। ਭੈਣ ਨਾਨਕੀ ਮਹਿਤਾ ਕਾਲੂ ਨੂੰ ਨਾਲੇ ਰੋਕਦੀ ਹੈ, ਨਾਲੇ ਆਹ ਬਚਨ ਕਰਦੀ ਹੈ, ਇਸ ਤਰ੍ਹਾਂ ਪੜੋ ਸਾਰੇ ਮਾਈ ਭਾਈ। ਨਾ ਮਾਰੀ ਨਾ ਮਾਰੀ ਬਾਬਲਾ ਵੀ, ਨਾ ਮਾਰੀ ਨਾ ਮਾਰੀ ਬਾਬਲਾ ਵੀ। ਭੈਣ ਨਾਨਕੀ ਨੇ ਜੱਫੀ ਪਾੜੀ ਮਹਿਤਾ ਕਾਲੂ ਨੂੰ। ਪਿਤਾ ਜੀ, ਤੁਸੀਂ ਮੇਰੇ ਵੀਰ ਨੂੰ ਨਾ ਮਾਰੋ, ਇਹ ਤਾਂ ਨਿਰੰਕਾਰ ਹੈ। ਭੈਣਾਂ ਨੂੰ ਵੀਰ ਪਿਆਰੇ ਹੁੰਦੇ ਨੇ ਹਮੇਸ਼ਾ ਵਾਸਤੇ। ਉਹ ਤਾਂ ਖੁਦ ਨਾਨਕ ਸੀ। ਇਹ ਤਾਂ ਨਿਰੰਕਾਰ ਹੈ, ਆਪਣੇ ਘਰ ਨਿਰੰਕਾਰ ਨਾਨਕ ਦਾ ਰੂਪ ਧਾਰ ਕੇ ਆਇਆ। ਨਾ ਮਾਰੀ ਨਾ ਮਾਰੀ, ਰੋਕਤਾ। ਰੋਕਿਆ ਹੋਇਆ ਘਰ ਦੇ ਵਿੱਚ ਆ ਗਿਆ। ਆਇਆ ਫਿਰ ਵੀ ਉਹੀ ਬਿਰਤੀ ਨਹੀਂ ਹੁੰਦੀ, ਚਾਹੇ ਕੁੱਟੀ ਜਾਓ, ਮਾਰੀ ਜਾਓ, ਕਿਸੇ ਨੂੰ ਕੋਰੀ ਜਾਓ, ਬਿਰਤੀ ਲੱਗ ਗਈ ਨਾ, ਇਹ ਸੱਚ ਦਾ ਪਿਆਰ ਲੱਗ ਗਿਆ, ਫਿਰ ਨਹੀਂ ਉਹ ਰੁਕਦਾ ਬੰਦਾ ਪਿੱਛੇ। ਸੱਚਾ ਪਿਆਰ ਲੱਗ ਗਿਆ ਤਾਂ ਫਿਰ ਸਾਧ ਸੰਗਤ ਜੀ ਕਲਾ ਕਲੇਸ਼ ਰਹਿੰਦਾ। ਤੂੰ ਮੈਂ ਰਹਿੰਦੀ ਹੈ, ਤੂੰ 20 ਰੁਪਈਏ ਕਮਾਏ ਆ ਤਾਂ ਮੇਰਾ ਬੇੜਾ ਗਰਕ ਕਰਤਾ, ਤਾਂ ਮੇਰੀ ਸਾਰੀ ਦੌਲਤ ਕਰਾਤੀ, ਮੇਰੀ ਤਨਖਾਹ ਪਰਿਵਾਰਕਾਂ ਨੇ ਜਿਹੜੀ ਕਮਾਈ ਦੀ ਕਮਾਈ ਲਟਾਤੀ। ਬੜੀਆਂ ਗੱਲਾਂ ਬੋਲਿਆ, ਬਹੁਤ ਬੋਲਿਆ। ਸਾਧ ਸੰਗਤ ਜੀ, ਭੈਣ ਨਾਨਕੀ ਫਿਰ ਤੰਗ ਆ ਗਈ। ਜਦੋਂ ਤੰਗ ਆਈ ਕਹਿੰਦੇ ਕੀ ਕਰਾਂ ਮੈਂ, ਨਾ ਤਾਂ ਮੇਰਾ ਬਾਪ ਸਮਝ ਸਕਦਾ, ਮੇਰਾ ਵੀ ਨਿਰੰਕਾਰ ਹੈ, ਨਾ ਇਹਦੀ ਬੁੱਧੀ ਕੰਮ ਕਰਦੀ ਆ, ਤੇਰੇ ਘਰ ਦੇ ਵਿੱਚ ਨਿਰੰਕਾਰ ਆਇਆ, ਕੀ ਕਰਾਂ ਮੈਂ। ਉਹ ਦੁਖੀ ਹੁੰਦੀ ਜੀ ਭੈਣ ਨਾਨਕੀ। ਭੈਣ ਨਾਨਕੀ ਨੇ ਕਿਸੇ ਸਮੇਂ ਦੇ ਵਿੱਚ ਬਚਨ ਕੀਤੇ ਸੀ ਗੁਰੂ ਨਾਨਕ ਪਾਤਸ਼ਾਹ ਨੂੰ। ਕਹਿੰਦੇ ਵੀਰ ਜੀ, ਜੇ ਕਿਤੇ ਮੈਨੂੰ
ਅਮਰਦਾਸੀ ਤੇਰੇ ਦਰਸ਼ਨ ਕਰਨੇ ਹੋਣ। ਮੈਨੂੰ ਪਤਾ ਤੂੰ ਖੁਦ ਨਿਰੰਕਾਰ ਹੈ, ਪਰ ਵੀਰ ਭਰਾ ਦਾ ਪਿਆਰ ਲਹਿਦਾ ਹੁੰਦਾ। ਮੈਨੂੰ ਵੀਰ ਕਹਿ ਕੇ ਤੈਨੂੰ ਸਕੂਨ ਆਉਂਦਾ। ਪਰ ਮੈਨੂੰ ਦੱਸੋ ਵੀਰ ਜੀ, ਜੇ ਕਦੇ ਮੈਂ ਤੇਰੇ ਦਰਸ਼ਨ ਕਰਨੇ ਹੋਣ ਫੇਰ? ਕਹਿੰਦਾ ਭੈਣੇ ਐਂ ਕਰਨੀ, ਥੋੜ੍ਹਾ ਜਿਹਾ ਆਟਾ ਗੁੰਨ ਲਈ। ਅੱਛਾ, ਆਟਾ ਗੁੰਨ ਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੀ ਪ੍ਰਸ਼ਾਦਾ ਪਕਾਈ। ਜਦੋਂ ਪ੍ਰਸ਼ਾਦਾ ਫੁੱਲਿਆ, ਤੂੰ ਮੈਨੂੰ ਯਾਦ ਕਰਦੀ, ਮੈਂ ਜਦ ਤੇਰੇ ਕੋਲ ਆ ਜਾਊਗਾ। ਇਹ ਬੱਚਰ ਕਰਦੇ ਸੀ। ਹੁਣ ਗੁਰ ਪਿਆਰਿਓ, ਜਦੋਂ ਭੈਣ ਨਾਨਕੀ ਦੁਖੀ ਹੋਈ ਨਾ, ਕੀ ਕੀਤਾ ਜਾਵੇ? ਫਿਰ ਇੱਕ ਸੋਚਿਆ ਵੀ ਮੈਂ ਇਹਨੂੰ ਇੱਥੋਂ ਲੈ ਕੇ ਆਪਣੇ ਸਹੁਰੇ ਲੈ ਜਾਵਾਂ। ਸੁਲਤਾਨਪੁਰ ਲੋਧੀ ਭੈਣ ਨਾਨਕੀ ਬੇਹੀ ਹੋਈ ਸੀ, ਉੱਥੇ ਲਿਜਾ ਕੇ ਚਲੋ ਕਲੇਸ਼ ਤਾਂ ਹਟੂ ਘਰ ਦੇ ਵਿੱਚੋਂ। ਭੈਣ ਨਾਨਕੀ ਗੁਰੂ ਨਾਨਕ ਪਾਤਸ਼ਾਹ ਨੂੰ ਸੁਲਤਾਨਪੁਰ ਲੋਧੀ ਲਿਜਾ ਕੇ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰ ਰਖਾਤਾ। ਜਿਵੇਂ ਆਪਾਂ ਡੀਪੂ ਕਹਿੰਦੇ ਹਾਂ, ਆਪਾਂ ਮੋਦੀਖਾਨਾ ਵੀ ਕਹਿ ਦਿੰਦੇ ਹਾਂ। ਜਿਹੜਾ ਕਿ ਗਰੀਬਾਂ ਨੂੰ ਰਾਸ਼ਨ ਵੰਡਣਾ, ਲੋਕਾਂ ਨੂੰ ਰਾਸ਼ਨ ਵੰਡਣਾ, ਉੱਥੇ ਡਿਊਟੀ ਲਾਤੀ। ਹੁਣ ਸੁਰਤੀ ਦਾ ਨੇਤਰ ਵਿੱਚੇ ਹੋਏ ਨੇ, ਅੰਦਰ ਸੁਰਤ ਚੱਲਦੀ ਹੈ। ਹੁਣ ਸਾਧ ਸੰਗਤ ਜੀ ਜਦੋਂ ਮੋਦੀਖਾਨੇ ਵਿੱਚੋਂ ਰਾਸ਼ਨ ਦਿੰਦਾ, ਗਰੀਬ ਨਹੀਂ ਦੇਖਦਾ, ਅਮੀਰ ਨਹੀਂ ਦੇਖਦਾ, 2 ਕਿਲੋ ਨਹੀਂ ਦੇਖਦਾ, 4 ਕਿਲੋ ਨਹੀਂ ਦੇਖਦਾ, 13 ਹੀ 13, 13 ਹੀ 13। ਕੋਲ ਦੇਖਣ ਵਾਲੇ ਨਿੰਦਕ ਬਹੁਤ ਹੁੰਦੇ ਨੇ। ਧੁਰ ਤੋਂ ਨਿੰਦਕ ਚੱਲੇ ਆਏ ਨੇ, ਨਿੰਦਕ ਅੱਜ ਵੀ ਬਹੁਤ ਨੇ, ਨਿੰਦਕ ਵਿੱਚ ਵੀ, ਨਿੰਦਕ ਅੱਗੇ ਨੂੰ ਵੀ ਆਉਣਗੇ। ਤਾਂ ਗੁਰਮੁਖੋ, ਜਦੋਂ ਜਾ ਕੇ ਨਿੰਦਿਆ ਕੀਤੀ ਦੌਲਤ ਖਾਨ ਨੂੰ ਕਹਿੰਦੇ ਜਾ ਕੇ ਦੇਖ ਤੂੰ ਕਿਉਂ ਮੂਰਖ ਬਣਿਆ, ਤੇਰਾ ਦਾ ਖਜ਼ਾਨਾ ਸਾਰੀ ਉਮਰ ਦੀ ਕਮਾਈ ਲਟਾਤੀ ਉਹਨੇ ਸਾਰੀ। ਮੋਦੀਖਾਨਾ ਤੇਰਾ ਖਾਲੀ ਪਿਆ, ਜਾ ਕੇ ਦੇਖ। ਜਦੋਂ ਦੌਲਤ ਖਾਨ ਦੇਖਣ ਵਾਸਤੇ ਆਇਆ ਮੋਦੀਖਾਨੇ, ਉਧਰ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਕਰਦਾ ਸਾਰਾ ਜੀ, ਇੱਦਾਂ ਪੜੋ। ਤੇਰਾ ਤੇਰਾ ਤੋਰਦਾ ਕੰਡਾ ਬਾਬੇ ਨਾਨਕ ਦਾ, ਤੇਰਾ ਤੇਰਾ ਤੋਰਦਾ ਕੰਡਾ ਬਾਬੇ ਨਾਨਕ ਦਾ।
ਤੇਰੇ ਦੇਈ ਜਾਂਦਾ। ਚਲੋ ਕਿ ਆਪਾਂ ਟਾਈਮ 'ਤੇ ਰਹਿ ਕੇ ਸਮਾਪਤੀ ਕਰਾਂਗੇ। ਹੁਣ ਉੱਥੇ ਉਹਨਾਂ ਨੇ ਜਦੋਂ ਦੁਕਾਨ ਦੇਖੀ, ਬਹੀਆਂ ਚੈੱਕ ਕੀਤੀਆਂ, 760 ਰੁਪਈਏ ਗੁਰੂ ਨਾਨਕ ਦੇਵ ਮਹਾਰਾਜ ਦੇ ਮੋਦੀਖਾਨੇ ਵੱਲ ਵੱਧ ਗਏ। ਇਹਨੂੰ ਕਹਿੰਦੇ ਨੇ ਸੱਚਾ ਨਾਮ ਵਾਹਿਗੁਰੂ ਦਾ। ਤੁਸੀਂ ਘਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਜਪੋ, ਦੇਖੋ ਕਿੰਨੀ ਪੈਸਾ ਆਉਂਦੀ ਹੈ। ਬੀਬੀਆਂ ਜਦੋਂ ਪ੍ਰਸਾਦਾ ਲਾਉਂਦੇ ਨੇ ਰਸੋਈ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਜਪੋ, ਤੁਹਾਡੇ ਜਿਹੜੇ ਪ੍ਰਸਾਦਾ ਛਕਣਗੇ ਬਿਰਤੀ ਬਣੂ ਉਹਨਾਂ ਦੀ। ਲਾਈਆਂ ਝਗੜਿਆ ਕਿਉਂ ਨਹੀਂ ਜਾਊਗੀ, ਬੁਰਾਈਆਂ ਕਿਉਂ ਨਹੀਂ ਜਾਊਗੀ। ਅੱਜ ਤਾਂ ਨਰਕ ਬਣੇ ਪਏ ਨੇ ਘਰ, ਨਰਕ ਬਣੇ ਪਏ ਨੇ ਲੰਗਰ, ਨਰਕ ਬਣੇ ਪਏ ਨੇ ਇਲਾਕੇ, ਨਰਕ ਬਣੇ ਪਏ ਪੰਜਾਬ। ਤੁਹਾਡੇ ਸਾਹਮਣੇ ਕੀ ਹਾਲ ਹੋ ਰਹੇ ਨੇ ਅੱਜ। ਇਹ ਨਾਮ ਦੀ ਘਾਟ ਹੀ ਹੈ। ਜਿਹੋ ਜਿਹਾ ਰਾਜਾ ਹੋਈ ਜੀ ਪ੍ਰਜਾ। ਜੇ ਰਾਜੇ ਹੀ ਸਤੋਂ ਗੁੜੀ ਬਿਰਤੀ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ, ਫਿਰ ਆਹ ਹਾਲ ਕੀ ਹੁਣ ਭਾਈ। ਘਾਟ ਨਾਮ ਦੀ। ਚਲੋ ਜਦੋਂ ਵੀ ਇਹ ਕਹਿੰਦੇ ਵੀ ਕਿ ਐਂ ਕਰੀਏ ਵੀ ਇਹਨੂੰ ਕੱਢ ਦੋ, ਕੱਢਤਾ ਗੁਰੂ ਨਾਨਕ ਦੇਵ ਜੀ ਮਹਾਰਾਜ। ਫਿਰ ਉੱਥੋਂ ਨਾ ਇਹ ਸਾਰੀ ਨਿਰਾਸਤਾ ਲੈ ਕੇ ਭੈਣ ਨਾਨਕੀ ਨੂੰ ਦੱਸੇ ਤੋਂ ਬਗੈਰ ਜਾ ਕੇ ਬਈ ਨਦੀ ਵਿੱਚ ਇਸ਼ਨਾਨ ਕਰਨ ਦੇ ਬਹਾਨੇ ਲੋਪ ਹੋ ਗਏ। ਉੱਥੇ ਇਸ਼ਨਾਨ ਕਰਨ ਲੱਗੇ, ਲੋਪ ਨਹੀਂ ਹੋਏ ਤੇ ਸੱਚਖੰਡ ਵਗੇ ਸੀ। ਤਾਂ ਫਿਰ ਸਾਧ ਸੰਗਤ ਜੀ ਫਿਰ ਭੈਣ ਦੇਖਦੀ ਆ ਵੀ ਮੇਰਾ ਵੀਰ ਕਿੱਥੇ ਆ, ਪਤਾ ਨਹੀਂ ਕਿੱਥੇ ਆ। ਕੋਈ ਕਹੇ ਡੁੱਬ ਗਿਆ, ਕੋਈ ਕਹੇ ਡਰ ਗਿਆ, ਕੋਈ ਕਹੇ ਉਹਦਾ ਪਾਣੀ ਲੈ ਗਿਆ। ਭੈਣ ਨਾਲ ਕੀ ਕਹੇ, ਪਾਣੀ ਡੋਬਣਾ ਤੁਹਾਨੂੰ ਪੈਦੇ ਨਹੀਂ ਹਾਰੇ ਤੱਕ। ਉਹ ਕਿਵੇਂ ਡੋਬ ਦੂ ਪਾਣੀ, ਉਹਦਾ ਖੁਦ ਨਿਰੰਕਾਰ ਹੈ। ਪਰ ਦੁਨੀਆ ਦੀਆਂ ਗੱਲਾਂ ਪਤਾ ਹੀ ਹੈ ਤੁਹਾਨੂੰ, ਕਿੰਨੇ ਮੂੰਹ ਦੇ ਉਹਨੇ ਗੱਲਾਂ ਹੁੰਦੀਆਂ ਨੇ, ਉਹਨੇ ਗੱਲਾਂ। ਭੈਣ ਨਾਲ ਕੀ ਦਾ ਨਾ ਫਿਰ ਸਾਧ ਸੰਗਤ ਜੀ ਰਿਹਾ ਨਾ ਗਿਆ। ਫਿਰ ਉੱਥੇ ਅਰਦਾਸ ਬੇਨਤੀ ਆਪਣੇ ਵੀਰ ਨੂੰ ਪਕਾਰ ਕਰਦੀ ਆ। ਕਿਵੇਂ ਕਰਦੀ ਆ, ਇਹ ਆਪਾਂ ਇੱਕ ਧਾਰਨਾ ਪੜ੍ਹ ਕੇ ਨਾ ਇਹ ਗੁਰੂ ਸੂਤਰ ਪੜ੍ਹਾਂਗੇ। ਸਮਾਂ ਹੋ ਗਿਆ ਹੋਣਾ। ਅਤੇ ਭੈਣ ਨਾਨਕੀ ਕਿਵੇਂ ਯਾਦ ਕਰਦੇ ਵੀਰ ਨੂੰ। ਔਸੀਆਂ ਕਹਿੰਦੇ ਨੇ ਯਾਦ ਕਰਨਾ, ਔਸੀਆਂ ਪਾਉਣੀਆਂ ਯਾਦ ਕਰਨਾ। ਅਤੇ ਭੈਣ ਨਾਨਕੀ ਆਪਣੇ ਵੀਰ ਨੂੰ ਫਿਰ ਇਸ ਤਰ੍ਹਾਂ ਪਕਾਰਦੇ, ਇੱਕੋ ਹੀ ਧਾਰਨਾ ਪੜ੍ਹਾਂਗੇ। ਸਾਰੇ ਹੀ ਸੰਗਤਾਂ ਦਾ ਬਹੁਤ ਮੈਂ ਧੰਨਵਾਦ ਕਰਦਾ। ਬਾਈ ਜੋਗੀ ਦਾ ਬੜਾ ਧੰਨਵਾਦ ਕਰਦਾ। ਸੰਤ ਬਾਬਾ ਨਵਜੋਤ ਸਿੰਘ ਜੀ ਦੀਵਾਨ ਲਾ ਕੇ ਗਏ। ਇੱਥੋਂ ਪਤਾ ਲੱਗਦਾ ਹੁੰਦਾ ਨਿਰਵਾਨਤਾ ਦਾ, ਸੰਤ ਸੇਵੀ ਦਾ, ਸੰਤਾਂ ਦੇ ਮਿਲਾਪ ਦਾ। ਨਹੀਂ ਤਾਂ ਅੱਜ ਕੱਲ੍ਹ ਈਰਖਾ ਨਾਲੇ ਭਰੇ ਪਏ ਨੇ। ਈਰਖਾ ਨਹੀਂ, ਸੰਤ ਨੂੰ ਸੰਤ ਮਿਲੇ ਖੁਸ਼ ਹੋ ਜਾਣਾ ਚਾਹੀਦਾ। ਬੰਦੇ ਨੂੰ ਬੰਦਾ ਮਿਲੇ ਖੁਸ਼ ਹੋ ਜਾਣਾ ਚਾਹੀਦਾ। ਇਹ ਪਿਆਰ ਵਧਾਉਣਾ, ਪਿਆਰ ਘਟਾਉਣਾ ਨਹੀਂ। ਅਤੇ ਸਾਧ ਸੰਗਤ ਅਤੇ ਇਸ ਤਰ੍ਹਾਂ ਪੜ੍ਹੋ ਤਾਂ ਅਨੁਸਾਰ ਘਰ ਆ ਜਾ ਵੀਰ ਨਾ ਵੇ, ਤੇਰੀ ਭੈਣ ਔਂਸੀਆਂ ਪਾਉਂਦੀ। ਘਰ ਆ ਜਾ ਵੀਰ ਨਾ ਵੇ, ਤੇਰੀ ਭੈਣ ਔਂਸੀਆਂ ਪਾਉਂਦੀ। ਘਰ ਆ ਜਾ ਵੀਰ
ਯਾਦ ਕਰਦੀ ਹੈ ਭੈਣ। ਸੱਚੇ ਦਿਲੋਂ ਯਾਦ ਕੀਤਾ, ਪ੍ਰਸ਼ਾਦਾ ਫੁੱਲਿਆ, ਨੇਤਰ ਖੋਲੇ। ਭੈਣ ਨਾਨਕੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਜ਼ਰ ਹੋ ਗਏ। ਕਹਿੰਦਾ ਭੈਣ ਦਾ ਯਾਦ ਕੀਤਾ। ਭੈਣ ਤੇ ਵੀਰ ਦਾ ਪਤਾ ਹੀ ਹੈ ਪਿਆਰ ਕਿੰਨਾ ਹੁੰਦਾ। ਫਿਰ ਕੁੱਟ ਕੇ ਜੱਫੀ ਪਾ ਲਈ ਗੁਰੂ ਨਾਨਕੀ ਨੇ। ਤੂੰ ਤਾਂ ਸਿਆਣਾ ਵੀਰ ਜੀ, ਆਪਣਾ ਬਾਪ ਖੁੱਲਦੀ ਹੈ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਾਂ ਨੇ ਕੱਲ੍ਹ ਤੋਂ ਜਿਹੜਾ ਇਤਿਹਾਸ ਸ਼ੁਰੂ ਕੀਤਾ ਸੀ, ਉਹਦੀ ਸਮਾਪਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰ ਬਣ ਕੇ ਆਏ ਸੀ, ਮਿਲ ਗਏ ਅਤੇ ਭੈਣ ਨਾਨਕੀ ਨੂੰ ਵੀ ਜਾਣੀ ਕਹਿਣ ਦਾ ਭਾਵ ਕਿ ਇੱਕੋ ਹੀ ਅਰਥ ਮਿਲਦਾ ਇਹਦੇ ਵਿੱਚ। ਜੇ ਤੁਹਾਨੂੰ ਸਾਰੀ ਕਥਾ ਦੇ ਵਿੱਚੋਂ ਹੀ ਕੱਢਣਾ ਹੈ, ਇੱਕ ਤਾਂ ਮਿਲਦਾ ਇਹ ਨਾਮ ਦਾ, ਦੂਜਾ ਮਿਲਦਾ ਇਹ ਜਿਹੜੇ ਅੱਜ ਲੰਗਰ ਚੱਲਦੇ ਨੇ ਸਾਰੀ ਦੁਨੀਆ 'ਚ, ਇਕੱਲੇ ਪੰਜਾਬ 'ਚ ਨਹੀਂ ਮੈਂ ਕਹਿੰਦਾ, ਸਾਰੀ ਦੁਨੀਆ ਵਿੱਚ ਗੁਰਦੁਆਰਿਆਂ ਵਿੱਚ ਉਹ ਗੁਰੂ ਨਾਨਕ ਦੇ ਇੱਕ ਚਪੇੜੇ ਦੀ ਵਾਰ ਉਹ ਤਾਂ ਕਰਦੇ ਨੇ। ਉਹ ਗੁਰੂ ਨਾਨਕ ਦੇ 20 ਰੁਪਏ ਦਾ ਲੰਗਰ ਚੱਲਦਾ ਅੱਜ। ਨਹੀਂ ਕੋਈ ਕਾਤ ਨਹੀਂ ਹੈ ਕਿਸੇ ਦੇ ਗੁਰਦੁਆਰੇ 'ਚ ਲੰਗਰ ਚਲਾਉਣ ਦੀ। ਇਹ 20 ਰੁਪਏ ਦਾ ਲੰਗਰ ਚੱਲਦਾ। ਇੱਕ ਤਾਂ ਇਹ ਸੰਦੇਸ਼ ਆ, ਦੂਸਰਾ ਗੁਰੂ ਸ਼ਬਦ ਦਾ ਅਭਿਆਸ ਕਰਨਾ, ਤੀਸਰਾ ਕਿਸੇ ਨਾਲ ਵੈਰ ਨਾ ਕਰੋ, ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦੀ ਚੁਗਲੀ ਨਾ ਕਰੋ, ਕਿਸੇ ਨਾਲ ਈਰਖਾ ਨਾ ਕਰੋ, ਸਭ ਨਾਲ ਪਿਆਰ ਕਰੋ। ਅਤੇ ਹੁਣ ਸਮਾਂ ਸਮਾਪਤ ਹੋ ਗਿਆ ਹੈ ਆਪਣਾ, ਅਤੇ ਸਾਰੀਆਂ ਸੰਗਤਾਂ ਨੇ ਗੁਰੂ ਸਤੋਤਰ ਦੇ ਵਿੱਚ ਆਪਣੀ ਰਚਨਾ ਬਿਹਤਰ ਕਰਨੀ ਹੈ। ਇਸ ਤਰ੍ਹਾਂ ਪੜੋ ਸਾਰੇ ਮਾਏ ਭਾਈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ
ਧੰਨ ਹੈ ਸ੍ਰੀ ਹਰਿ ਰਹਿ ਸਾਹਿਬ ਜੀ ਧੰਨ ਹੈ ਧੰਨ ਹੈ ਸ੍ਰੀ ਹਰਿ ਰਹਿ ਟਿਕਣ ਜੀ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਤੇਰਾ 500 ਸਾਲ ਦਾ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਪਿਆਰਿਆ ਵਿਕੜਾ ਲੱਗੂਗਾ ਬੋਲ ਪਿਆਰਿਆ ਵਾਹਿਗੁਰੂ ਬੋਲ ਪਿਆਰਿਆ ਪੁੱਛਣਾ ਲੱਗੂਗਾ ਬੋਲ ਪਿਆਰਿਆ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।